ਅਸਲ ਸੁਹਾਗ ਰਾਤ। ਸੁਹਾਗ ਦੀ ਸੇਜ ਉੱਤੇ ਬੈਠੀ ਪ੍ਰੀਤ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਹੈ। ਰਾਤ ਕਾਫੀ ਬੀਤ ਚੁੱਕੀ ਹੈ। ਬਾਹਰ ਔਰਤਾਂ ਦੇ ਗੀਤ ਗਾਉਂਦੀਆਂ ਆਵਾਜ਼ਾਂ ਆ ਰਹੀਆਂ ਨੇ। ਗਿੱਧਾ ਵੀ ਪੈ ਰਿਹਾ ਹੈ ਲੱਗਦਾ ਹੈ। ਕਿਤੇ ਕਿਤੇ ਥੋੜੀ ਦੇਰ ਬਾਅਦ ਕਿਸੇ ਸ਼ਰਾਬੀ ਦਾ ਲਲਕਾਰਾ ਵੀ ਸੁਣ ਜਾਂਦਾ ਹੈ। ਗਲੀ ਵਿੱਚ ਲੱਗੀਆਂ ਲਾਈਟਾਂ ਦੀ ਰੋਸ਼ਨੀ ਉਹਦੇ ਕਮਰੇ ਤੱਕ ਆ ਰਹੀ ਹੈ। ਡੋਲੀ ਆਈ। ਕਾਫੀ ਸਮਾਂ ਲੰਘ ਗਿਆ। ਸੁਹਾਗ ਜੋੜੇ ਵਿੱਚ ਤਿਆਰ ਸ਼ਿਆਰ ਬੈਠੀ ਨੂੰ ਇੰਤਜ਼ਾਰ ਹੈ ਆਪਣੇ ਪਤੀ ਦਾ। ਚਾਅ ਵੀ ਹੈ ਵਿਆਹ ਦਾ, ਪਰ ਫਿਰ ਵੀ ਡਰ ਨਾਲ ਦੁਬਕ ਕੇ ਬੈਠੀ ਹੈ। ਵਿੱਚੋਂ ਵਿੱਚ ਇੱਧਰ ਉੱਧਰ ਨਿਗਾਹ ਹੀ ਮਾਰ ਲੈਂਦੀ ਹੈ। ਪੂਰਾ ਕਮਰਾ ਸਜਾਇਆ ਹੋਇਆ ਹੈ। ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਉਸਨੂੰ ਚੰਗੀ ਲੱਗ ਰਹੀ ਹੈ, ਪਰ ਡਰ ਵੀ ਲੱਗ ਰਿਹਾ ਹੈ। ਪਤਾ ਨਹੀਂ ਕਿਹੋ ਜਿਹਾ ਨਿਕਲੇਗਾ ਉਸਦੇ ਸੁਪਨਿਆਂ ਦਾ ਰਾਜਕੁਮਾਰ। ਬਚਪਨ ਤੋਂ ਹੀ ਦਾਦੀ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਕਿ ਇੱਕ ਦਿਨ ਸੁਪਨਿਆਂ ਦਾ ਰਾਜਕੁਮਾਰ ਘੋੜੇ ਤੇ ਸਵਾਰ ਹੋ ਕੇ ਆਵੇਗਾ ਤੇ ਉਸਨੂੰ ਦੂਰ ਪਰੀਆਂ ਦੇ ਦੇਸ਼ ਵਿਆਹ ਕੇ ਲੈ ਜਾਵੇਗਾ। ਵਿਚਾਰੀ ਦੇ ਮਾਂ-ਬਾਪ ਤਾਂ ਬਚਪਨ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਦਾਦੀ ਨੇ ਬੜੇ ਚਾਵਾਂ ਨਾਲ ਪਾਲਣ ਪੋਸ਼ਣ ਕੀਤਾ ਤੇ ਦਾਦੀ ਦੇ ਜਾਣ ਪਿੱਛੋਂ ਨਾਨਕੇ ਰਹਿਣ ਲੱਗ ਪਈ ਸੀ ਪ੍ਰੀਤ। ਤੇ ਹੁਣ ਮਾਮਿਆਂ ਨੇ ਵਿਆਹ ਕੀਤਾ ਸੀ ਉਸਦਾ। ਸੋਚਦੇ ਸੋਚਦੇ ਮਾਮਿਆਂ ਦੇ ਘਰ ਨਾਨਕੇ ਪਿੰਡ ਪਹੁੰਚ ਜਾਂਦੀ ਹੈ। ਇੰਨਾ ਪਿਆਰ ਤਾਂ ਮਾਵਾਂ ਵੀ ਨਹੀਂ ਕਰਦੀਆਂ ਹੋਣੀਆਂ ਜਿੰਨਾ ਮਾਮੀਆਂ ਨੇ ਕੀਤਾ। ਆਪਣੀ ਧੀ ਬਣਾ ਕੇ ਰੱਖਿਆ। ਨਾਨੀ ਤੋਂ ਬਗੈਰ ਨਾਨਕੇ ਨਹੀਂ ਹੁੰਦੇ। ਇਹ ਗੱਲ ਵੀ ਝੂਠੀ ਕਰ ਛੱਡੀ ਸੀ ਮਾਮੀਆਂ ਦੇ ਪਿਆਰ ਨੇ। ਕਾਲਜ ਤੱਕ ਪੜ੍ਹਾਇਆ ਵੀ ਤੇ ਪ੍ਰੀਤ ਨੇ ਵੀ ਆਪਣੀ ਜ਼ਿੰਮੇਵਾਰੀ ਸਮਝੀ। ਕਦੇ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ। ਮਾਮਿਆਂ ਦੀ ਪੱਗ ਦਾ ਖਿਆਲ ਸਦਾ ਉਹਦੇ ਦਿਲ ਵਿੱਚ ਰਿਹਾ। ਮਾਮਿਆਂ ਦੇ ਬੱਚਿਆਂ ਨੂੰ ਵੀ ਛੋਟੇ ਭਰਾਵਾਂ ਵਾਂਗ ਸਮਝਦੀ। ਕਾਲਜ ਤੋਂ ਵਾਪਸ ਆ ਕੇ ਮਾਮੀ ਨਾਲ ਸਾਰਾ ਕੰਮ ਕਰਵਾਉਂਦੀ। ਉਹਨਾਂ ਦੇ ਬੱਚਿਆਂ ਨੂੰ ਵੀ ਪੜਾਉਂਦੀ। ਸਭ ਦੇ ਦਿਲਾਂ ਤੇ ਰਾਜ ਕਰਦੀ। ਕਦੋਂ ਜਵਾਨ ਹੋ ਗਈ ਪਤਾ ਹੀ ਨਹੀਂ ਚੱਲਿਆ। ਵੈਸੇ ਵੀ ਧੀਆਂ ਅਤੇ ਤਰੇਕਾਂ ਦੇ ਵੱਡੇ ਹੁੰਦਿਆਂ ਕੀ ਸਮਾਂ ਲੱਗਦਾ ਹੈ। ਇੰਨੇ ਨੂੰ ਬਾਹਰ ਖੜਕਾ ਹੋਇਆ। ਉਹ ਇੱਕਦਮ ਦੁਬਕ ਗਈ। ਭਾਵੇਂ ਚਾਅ ਵੀ ਸੀ ਉਸਨੂੰ ਆਪਣੇ ਵਿਆਹ ਦਾ, ਪਰ ਡਰ ਵੀ ਲੱਗ ਰਿਹਾ ਸੀ। ਇੱਕ ਮਰਦ ਉਸਨੂੰ ਛੂ ਲਵੇਗਾ, ਇਹ ਸੋਚ ਕੇ ਉਹ ਡਰ ਜਾਂਦੀ। ਕਾਲਜ ਵਿੱਚ ਉਸਦੇ ਨਾਲ ਪੜ੍ਹਦੇ ਰਵੀ ਨੇ ਇੱਕ ਵਾਰ ਮਜ਼ਾਕ ਵਿੱਚ ਉਸਦਾ ਹੱਥ ਫੜ ਲਿਆ ਸੀ। ਉਸਦੇ ਸਾਰੇ ਸਰੀਰ ਵਿੱਚ ਬਿਜਲੀਆਂ ਲੰਘ ਗਈਆਂ ਸਨ। ਸਾਰਾ ਸਰੀਰ ਕੰਬਣ ਲੱਗ ਪਿਆ ਸੀ। ਪਸੀਨੇ ਨਾਲ ਉਹਦਾ ਬੁਰਾ ਹਾਲ ਸੀ। ਰਵੀ ਵੀ ਉਸਨੂੰ ਵੇਖ ਕੇ ਡਰ ਗਿਆ ਸੀ। ਪ੍ਰੀਤ ਤਾਂ ਬੇਹੋਸ਼ ਹੋ ਗਈ ਸੀ। ਉਸਦੀ ਹਾਲਤ ਮੁਰਦਿਆਂ ਵਰਗੀ ਹੋ ਗਈ ਸੀ। ਹੁਣ ਪਤਾ ਨਹੀਂ ਕੀ ਹੋਵੇਗਾ ਤੇ ਹੁਣ ਇਹ ਸੋਚ ਉਹ ਡਰ ਰਹੀ ਸੀ। ਇੱਕ ਦਿਨ ਗੁਆਂਢ ਵਿੱਚ ਰਹਿੰਦੀ ਭਾਬੀ ਤੋਂ ਵੀ ਉਸਨੇ ਵਿਆਹ ਤੇ ਖਾਸ ਕਰਕੇ ਸੁਹਾਗਰਾਤ ਦੇ ਬਾਰੇ ਵਿੱਚ ਪੁੱਛਿਆ ਤਾਂ ਭਾਬੀ ਅੱਗੋਂ ਹੱਸ ਪਈ ਸੀ। ਕਿੰਨਾ ਚਾਅ ਚੜਿਆ ਹੈ ਮੇਰੀ ਲਾਡਲੀ ਨਨਾਣ ਨੂੰ ਸੁਹਾਗਰਾਤ ਦਾ। ਮਨ ਵਿੱਚ ਲੱਡੂ ਫੁੱਟੀ ਜਾਂਦੇ ਐ। ਇਹ ਸੁਣਦਿਆਂ ਹੀ ਉਹ ਸ਼ਰਮ ਨਾਲ ਟਮਾਟਰ ਵਾਂਗ ਲਾਲ ਹੋ ਗਈ। ਫਿਰ ਭਾਬੀ ਨੇ ਹੱਸਦੇ ਹੱਸਦੇ ਸਾਰਾ ਕੁਝ ਦੱਸ ਦਿੱਤਾ ਸੀ। ਇਹ ਸੁਣਦਿਆਂ ਹੀ ਉਸਦਾ ਡਰ ਹੋਰ ਵੱਧਦਾ ਜਾ ਰਿਹਾ ਸੀ। ਕਿਸੇ ਨੂੰ ਆਪਣਾ ਸਾਰਾ ਕੁਝ ਸੌਂਪ ਦੇਣਾ ਕਿੰਨਾ ਔਖਾ ਲੱਗ ਰਿਹਾ ਸੀ। ਪਰ ਭਾਬੀ ਤੁਹਾਡੀ ਗੱਲ ਤਾਂ ਠੀਕ ਹੈ, ਪਰ ਇਹ ਸਭ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇਗੀ? ਪ੍ਰੀਤ ਨੇ ਡਰਦੀ ਨੇ ਪੁੱਛਿਆ। ਘਬਰਾ ਨਾ ਭੋਲੀਏ, ਬਗਾਨੇ ਪੁੱਤ ਆਪੇ ਹੀ ਸਾਰਾ ਕੁਝ ਕਰ ਲੈਣਗੇ। ਪਰ ਤੂੰ ਡਰੀ ਨਾ ਜਾਈਂ, ਬਸ ਉਸਦਾ ਸਾਥ ਦਿੰਦੀ ਰਹੀਂ। ਥੋੜਾ ਜਿਹਾ ਔਖਾ ਲੱਗਦਾ ਹੈ, ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ। ਔਖਾ ਲੱਗਦਾ ਹੈ, ਪਰ ਬਾਅਦ ਵਿੱਚ ਸਭ ਠੀਕ ਹੋ ਜਾਂਦਾ ਹੈ। ਇਹ ਸ਼ਬਦਾਂ ਦੀ ਸਮਝ ਭਾਵੇਂ ਉਸਨੂੰ ਨਹੀਂ ਸੀ ਆਈ, ਪਰ ਫਿਰ ਵੀ ਹੋਰ ਸਵਾਲ ਪੁੱਛਣਾ ਉਸਨੇ ਠੀਕ ਨਾ ਸਮਝਿਆ। ਭਾਬੀ ਨੇ ਐਵੇਂ ਮਖੌਲ ਉਡਾਉਣਾ ਹੈ। ਜੋ ਹੋਵੇਗਾ ਵੇਖੀ ਜਾਵੇਗੀ। ਇੰਨੇ ਨੂੰ ਦਰਵਾਜ਼ੇ ਤੋਂ ਖੜਕਾ ਹੁੰਦਾ ਹੈ। ਉਹ ਇਕੱਠੀ ਜਿਹੀ ਹੋ ਜਾਂਦੀ ਹੈ ਅਤੇ ਆਪਣਾ ਘੁੰਡ ਹੋਰ ਥੱਲੇ ਕਰ ਲੈਂਦੀ ਹੈ। ਉਸਦੇ ਸੁਪਨਿਆਂ ਦਾ ਰਾਜਕੁਮਾਰ, ਉਸਦਾ ਸਭ ਕੁਝ ਉਸਦੇ ਕੋਲ ਆ ਰਿਹਾ ਸੀ। ਉਹ ਨਿਗਾਹ ਝੁਕਾ ਕੇ ਬੈਠੀ ਹੈ। ਉਸਨੂੰ ਲੱਗਦਾ ਹੈ ਕਿ ਉਸਦਾ ਮਨਜੀਤ ਹੌਲੀ ਜਿਹੀ ਦਰਵਾਜ਼ਾ ਭੇੜੇਗਾ, ਫਿਰ ਕੁੰਡੀ ਲਗਾਵੇਗਾ ਅਤੇ ਫਿਰ ਉਸਦੇ ਕੋਲ ਆ ਕੇ ਬੈਠੇਗਾ। ਫਿਰ ਘੁੰਡ ਚੁੱਕੇਗਾ ਅਤੇ ਫਿਰ ਉਹ ਹੋਰ ਇਕੱਠੀ ਜਿਹੀ ਹੋ ਜਾਂਦੀ ਹੈ। ਪਰ ਕਿਸੇ ਵੀ ਦਰਵਾਜ਼ੇ ਜਾਂ ਚੁਟਕਣੀ ਦੇ ਬੰਦ ਦੀ ਆਵਾਜ਼ ਨਹੀਂ ਆਈ। ਉਹ ਇੰਤਜ਼ਾਰ ਕਰ ਰਹੀ ਹੈ ਤੇ ਥੋੜੀ ਦੇਰ ਬਾਅਦ ਆਵਾਜ਼ ਆਉਂਦੀ ਹੈ ਉਹਦੇ ਸੁਪਨਿਆਂ ਦੇ ਰਾਜਕੁਮਾਰ ਦੀ, ਕਿਸੇ ਚੀਜ਼ ਵਿੱਚ ਵੱਜ ਕੇ ਡਿੱਗਣ ਦੀ ਅਤੇ ਉਹਦੇ ਮੂੰਹੋਂ ਹਾਏ ਹਾਏ ਕੁਹਾਰਨ ਦੀ। ਪ੍ਰੀਤ
ਇੱਕਦਮ ਉੱਠ ਕੇ ਖੜੀ ਹੋ ਗਈ। ਘੁੰਡ ਪਰਾਂ ਕੀਤਾ ਤੇ ਦੇਖਿਆ ਉਹਦਾ ਰਾਜਕੁਮਾਰ ਮਨਜੀਤ ਹੇਠਾਂ ਡਿੱਗਿਆ ਪਿਆ ਹੈ। ਉਹ ਭੱਜ ਕੇ ਉਸ ਕੋਲ ਜਾਂਦੀ ਹੈ, ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼ਰਾਬ ਦੀ ਹੜਵਾ ਸਾਰੇ ਕਮਰੇ ਵਿੱਚ ਫੈਲ ਰਹੀ ਹੈ। ਫੁੱਲਾਂ ਦੀ ਮਹਿਕ ਤੋਂ ਵੀ ਵੱਧ ਹਵਾੜ ਜ਼ਿਆਦਾ ਹੈ। ਉਸ ਦੀ ਉਲਟੀ ਨਿਕਲਣ ਵਾਲੀ ਸੀ। ਬੜੀ ਔਖੀ ਆਪਣੇ ਆਪ ਨੂੰ ਸੰਭਾਲਿਆ। ਫਿਰ ਉਸਨੇ ਵੇਖਿਆ ਤਾਂ ਕਿ ਉਂਝ ਤਾਂ ਠੀਕ ਹੈ ਮਨਜੀਤ, ਸ਼ਾਇਦ ਸ਼ਰਾਬ ਦੇ ਨਸ਼ੇ ਕਰਕੇ ਉਹਦਾ ਪੈਰ ਅਟਕ ਕੇ ਡਿੱਗ ਪਿਆ ਹੋਵੇ। ਉਸ ਨੂੰ ਸਹਾਰਾ ਦੇ ਕੇ ਬਿਸਤਰ ਉੱਤੇ ਬਿਠਾ ਦਿੱਤਾ ਤੇ ਜਾ ਕੇ ਚੁਟਕਣੀ ਬੰਦ ਕਰ ਆਉਂਦੀ ਹੈ। ਉਹ ਨਹੀਂ ਚਾਹੁੰਦੀ ਕਿ ਬਾਹਰ ਕਿਸੇ ਨੂੰ ਪਤਾ ਲੱਗੇ ਉਹਦੇ ਡਿੱਗ ਪੈਣ ਦਾ, ਐਵੇਂ ਰੌਲਾ ਪੈ ਜਾਵੇ, ਤਮਾਸ਼ਾ ਨਾ ਬਣ ਜਾਵੇ ਉਹਦੇ ਮਹਿਬੂਬ ਦਾ। ਇਹ ਸੋਚ ਕੇ ਉਹ ਚੁੱਪ ਵੱਟ ਜਾਂਦੀ ਹੈ। ਮਨਜੀਤ ਨੂੰ ਤਾਂ ਜਿਵੇਂ ਹੋਸ਼ ਹੀ ਨਹੀਂ। ਪ੍ਰੀਤ ਉਸ ਦੀ ਜੁੱਤੀ ਉਤਾਰ ਕੇ ਉਸ ਨੂੰ ਲਿਟਾ ਦਿੱਤਾ ਤੇ ਆਪ ਵੀ ਨਾਲ ਲੇਟ ਜਾਂਦੀ ਹੈ। ਬੱਤੀ ਹਾਲੇ ਵੀ ਜਗ ਰਹੀ ਹੈ। ਉਹਦੀ ਨਿਗਾਹ ਜੱਗ ਵਿੱਚ ਪਏ ਦੁੱਧ ਤੇ ਜਾਂਦੀ ਹੈ। ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਨੇ। ਕਿੰਨੇ ਚਾਅ ਸਨ ਉਹਦੇ, ਕਿੰਨੀਆਂ ਸਦਰਾਂ ਹੁੰਦੀਆਂ ਨੇ ਕੁੜੀਆਂ ਦੀਆਂ ਆਪਣੇ ਮਹਿਬੂਬ ਨੂੰ ਲੈ ਕੇ, ਆਪਣੇ ਜੀਵਨ ਸਾਥੀ ਨੂੰ ਲੈ ਕੇ। ਸਭ ਮਿੱਟੇ ਵਿੱਚ ਮਿਲ ਗਈਆਂ ਜਾਪਦੀਆਂ ਸਨ। ਨਵੀਂ ਜ਼ਿੰਦਗੀ ਦੇ ਆਗਾਜ਼ ਦੀ ਬੋਣੀ ਵੀ ਚੰਗੀ ਨਹੀਂ ਸੀ ਹੋਈ। ਸੁਪਨੇ ਟੁੱਟ ਗਏ ਜਾਪਦੇ ਸਨ। ਸ਼ਰਾਬੀਆਂ ਬਾਰੇ ਸੁਣਿਆ ਤਾਂ ਸੀ, ਅੱਜ ਵੇਖ ਵੀ ਲਿਆ, ਪਰ ਉਮੀਦ ਸੀ ਕਿ ਅਗਲੀ ਸਵੇਰ ਉਹਦੇ ਲਈ ਕੋਈ ਸੁੱਖ ਸੁਨੇਹਾ ਲੈ ਕੇ ਆਵੇਗੀ। ਉਹਨੇ ਆਪਣੇ ਮਨਜੀਤ ਵੱਲ ਤੱਕਿਆ। ਉਹ ਨਸ਼ੇ ਵਿੱਚ ਬੇਹੋਸ਼ ਪਿਆ ਸੀ ਤੇ ਬੁੜਬੁੜ ਕਰ ਰਿਹਾ ਸੀ। ਉਹਦੀ ਬੁੜਬੁੜ ਵਿੱਚ ਜੋ ਕੁਝ ਉਸਨੇ ਸੁਣਿਆ, ਪ੍ਰੀਤ ਦੇ ਹੋਸ਼ ਹੀ ਉੱਡ ਗਏ ਤੇ ਸਾਰੀ ਰਾਤ ਜਾਗਦਿਆਂ ਹੀ ਕੱਟ ਲਈ। ਅੱਖਾਂ ਵਿੱਚ ਸਾਰੀ ਰਾਤ ਲੰਘ ਗਈ। ਸਵੇਰੇ ਤੱਕ ਪ੍ਰੀਤ ਦਾ ਸਿਰਹਾਣਾ ਹੰਝੂਆਂ ਨਾਲ ਭਿੱਜਿਆ ਪਿਆ ਸੀ। ਸਾਰੇ ਸੁਪਨੇ ਉਸਦੇ ਸੁਪਨਿਆਂ ਦੇ ਰਾਜਕੁਮਾਰ ਨੇ ਚਕਨਾਚੂਰ ਕਰ ਦਿੱਤੇ ਸਨ ਤੇ ਸਾਰੀ ਰਾਤ ਉਹ ਬੁੜਬੜਾਉਂਦਾ ਰਿਹਾ। ਪ੍ਰੀਤ ਨੂੰ ਜ਼ਿਆਦਾ ਸਮਝ ਤਾਂ ਨਹੀਂ ਸੀ ਲੱਗ ਰਹੀ, ਪਰ ਇਹ ਸ਼ਬਦ ਜ਼ਰੂਰ ਉਹਦੇ ਕੰਨਾਂ ਵਿੱਚ ਪਏ। ਮੈਂ ਤੇਰੇ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ, ਤੂੰ ਚਲੀ ਜਾ ਇੱਥੋਂ। ਮੇਰਾ ਤਾਂ ਵਿਆਹ ਹੀ ਧੱਕੇ ਨਾਲ ਹੋਇਆ ਹੈ ਤੇ ਹੋਰ ਪਤਾ ਨਹੀਂ ਕੀ। ਉਹਦੇ ਸ਼ਬਦ ਅੰਗਿਆਰੇ ਬਣ ਕੇ ਉਹਦੇ ਕੰਨਾਂ ਵਿੱਚ ਪੈ ਰਹੇ ਸਨ। ਇੱਕ ਵਾਰ ਤਾਂ ਮਨ ਕੀਤਾ ਕਿ ਰੋਲਾ ਪਾ ਦੇਵਾਂ, ਇਹ ਉਹਦੇ ਨਾਲ ਕੀ ਹੋ ਰਿਹਾ ਹੈ, ਚੀਕ ਕੇ ਸਭ ਨੂੰ ਇਕੱਠਾ ਕਰ ਲਵਾਂ। ਪਰ ਵਿਚਾਰੀ ਕੀ ਕਰਦੀ। ਹੁਣੇ ਆਪਣਾ ਬਣਿਆ ਬਗਾਨਾ ਘਰ, ਉੱਪਰੋਂ ਕੱਲੀ, ਨਾਲੇ ਬੇਸੁੱਧ ਪਿਆ ਉਸਦਾ ਰਾਜਕੁਮਾਰ। ਉਹਨੇ ਰੋਲਾ ਪਾਉਣਾ ਠੀਕ ਨਾ ਸਮਝਿਆ। ਸਾਰੀ ਰਾਤ ਡੁਸਕਦੀ ਰਹੀ ਤੇ ਸਵੇਰੇ ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ। ਉਹਨੂੰ ਵੀ ਨਾ ਪਤਾ ਲੱਗਿਆ। ਥੋੜੀ ਦੇਰ ਬਾਅਦ ਜਦੋਂ ਉਹਦੀ ਸੱਸ ਨੇ ਦਰਵਾਜ਼ਾ ਖੜਕਾਇਆ ਤਾਂ ਉਸਦੀ ਨੀਂਦ ਟੁੱਟੀ। ਸਿਰ ਬਹੁਤ ਭਾਰਾ ਹੋ ਗਿਆ ਸੀ। ਅੱਖਾਂ ਪੂਰੀ ਤਰ੍ਹਾਂ ਲਾਲ ਸਨ। ਦਿਨ ਪੂਰੀ ਤਰ੍ਹਾਂ ਚੜਿਆ ਪਿਆ ਸੀ। ਸੂਰਜ ਦੀ ਰੋਸ਼ਨੀ ਨਾਲ ਕਮਰਾ ਭਰ ਗਿਆ ਸੀ। ਉਸਨੇ ਆਸੇ-ਪਾਸੇ ਦੇਖਿਆ ਤਾਂ ਉਹਦਾ ਘਰ ਵਾਲਾ ਉੱਥੇ ਨਹੀਂ ਸੀ। ਉਹ ਉੱਠ ਕੇ ਕਦੋਂ ਦਾ ਚਲਾ ਗਿਆ, ਉਸਨੂੰ ਪਤਾ ਵੀ ਨਹੀਂ ਚੱਲਿਆ। ਉਸਨੂੰ ਘੱਟੋ ਘੱਟ ਮੇਰੇ ਬਾਰੇ ਤਾਂ ਸੋਚਣਾ ਚਾਹੀਦਾ ਸੀ। ਮੇਰੀਆਂ ਸਦਰਾਂ ਇੱਛਾਵਾਂ ਦਾ ਕਤਲ ਹੋ ਗਿਆ ਸੀ ਤੇ ਕਾਤਿਲ ਵੀ ਉਹੀ ਸੀ। ਸ਼ਰਾਬ ਪੀ ਕੇ ਆਈ ਨੂੰ ਮੈਂ ਸੰਭਾਲਦੀ ਰਹੀ ਤੇ ਹੁਣ ਉਹ ਉੱਠ ਕੇ ਚਲਾ ਗਿਆ। ਮੈਨੂੰ ਜਗਾਉਣਾ ਵੀ ਠੀਕ ਨਾ ਸਮਝਿਆ। ਕਿੱਥੇ ਫਸ ਗਈ ਹਾਂ ਮੈਂ। ਇਹ ਸੋਚ ਕੇ ਉਸਦੇ ਸੀਨੇ ਹੌਲ ਪੈ ਰਹੇ ਸਨ। ਇੰਨੇ ਨੂੰ ਉਹਦੀ ਨਨਾਣ ਕਮਰੇ ਵਿੱਚ ਆ ਗਈ। ਹਾਂ ਫਿਰ ਭਾਬੋ ਰਾਣੀਏ, ਕਿਵੇਂ ਲੰਘੀ ਰਾਤ? ਚੰਗੀ ਹੀ ਲੰਘੀ ਹੋਣੀ ਹੈ। ਲੱਗਦਾ ਹੈ ਸਾਰੀ ਰਾਤ ਨਹੀਂ ਸੁੱਤੀ। ਸੋਣਾ ਵੀ ਕਿਉਂ? ਸੁੱਖ ਨਾਲ ਸ਼ਗਨਾਂ ਦੀ ਰਾਤ ਸੀ। ਇੱਕ ਹੋਰ ਗੱਲ ਦੱਸ ਭਾਬੀਏ, ਉਸਨੇ ਮੁਸਕਰਾਉਂਦੇ ਕਿਹਾ। ਪ੍ਰੀਤ ਨੇ ਚਿਹਰਾ ਉੱਪਰ ਕਰ ਲਿਆ ਤੇ ਸਵਾਲ ਦਾ ਇੰਤਜ਼ਾਰ ਕਰਨ ਲੱਗੀ। ਬਾਲਾ ਤੰਗ ਤਾਂ ਨਹੀਂ ਕੀਤਾ ਮੇਰੇ ਵੀਰ ਨੇ? ਪ੍ਰੀਤ ਨੇ ਅੱਖਾਂ ਹੇਠਾਂ ਕਰ ਲਈਆਂ। ਕੀ ਦੱਸਦੀ ਵਿਚਾਰੀ। ਮਨ ਤਾਂ ਕਰ ਰਿਹਾ ਸੀ ਕਿ ਸਾਰੀ ਕਹਾਣੀ ਉਸਨੂੰ ਦੱਸ ਦਵੇ ਅਤੇ ਉੱਚੀ ਉਹਦੇ ਗੱਲ ਲੱਗ ਕੇ ਰੋਵੇ, ਪਰ ਪਤਾ ਨਹੀਂ ਕਿਉਂ ਚੁੱਪ ਕਰ ਗਈ। ਸ਼ਾਇਦ ਮਾਮੇ ਦਾ ਖਿਆਲ ਆ ਗਿਆ। ਜੇਕਰ ਕੋਈ 19-21 ਗੱਲ ਹੋ ਗਈ ਤਾਂ ਵਿਚਾਰੀ ਕਿੱਥੇ ਜਾਵੇਗੀ। ਬਿਨ ਮਾਂ-ਬਾਪ ਦੀ ਬੱਚੀ ਨੂੰ ਮਾਮੇ ਨੇ ਇੰਨਾ ਪਿਆਰ ਦਿੱਤਾ। ਉਹ ਨਨਾਣ ਵੀ ਸੁਭਾਅ ਦੀ ਠੀਕ ਲੱਗੀ ਸੀ, ਇਸ ਲਈ ਉਸਨੇ ਕੁਝ ਵੀ ਕਹਿਣਾ ਠੀਕ ਨਾ ਸਮਝਿਆ। ਨਾਲੇ ਜੇਕਰ ਨਨਾਣ ਨੂੰ ਦੱਸਦੀ ਵੀ ਤਾਂ ਕੀ ਦੱਸਦੀ। ਗੁੱਸਾ ਤਾਂ ਆਪਣੇ ਘਰ ਵਾਲੇ ਤੇ ਆ ਰਿਹਾ ਸੀ। ਉਸਨੇ ਅਜਿਹਾ ਕਿਉਂ ਕੀਤਾ? ਚੱਲ ਫਿਰ ਭਾਬੋ ਰਾਣੀਏ, ਬੀਬੀ ਕਹਿੰਦੀ ਹੈ ਬਈ ਜਲਦੀ ਤਿਆਰ ਹੋ ਜਾ। ਫਿਰ ਤੂੰ ਆਪਣੇ ਪੇਕੇ ਫੇਰਾ ਪਾਉਣ ਵੀ ਜਾਣਾ ਹੈ। ਸ਼ਾਮ ਨੂੰ ਅਸੀਂ ਫਿਰ ਲੈਣ ਵੀ ਆਵਾਂਗੇ। ਤੇਰੇ ਮਾਮੇ ਦਾ ਫੋਨ ਵੀ ਆਇਆ ਸੀ, ਉਹ ਘਰੋਂ ਨਿਕਲਣ ਵਾਲੇ ਨੇ।
ਜਿੰਨੀ ਜਲਦੀ ਜਾਵੇਂਗੀ ਉਨੀ ਜਲਦੀ ਵਾਪਸ ਵੀ ਤਾਂ ਆਉਣਾ ਹੈ, ਤੈਨੂੰ ਵੀ ਤਾਂ ਕਾਹਲੀ ਹੋਣੀ ਹੈ ਜਾ ਕੇ ਵਾਪਸ ਆਉਣ ਦੀ। ਇਹ ਆਖ ਕੇ ਉਹ ਬਾਹਰ ਵੱਲ ਨੂੰ ਤੁਰ ਪਈ। ਪ੍ਰੀਤ ਉੱਠ ਕੇ ਤਿਆਰ ਹੋਣ ਲੱਗੀ। ਇੰਨੀ ਦੇਰ ਨੂੰ ਉਸਦੀ ਸੱਸ ਨੇ ਬ੍ਰੇਕਫਾਸਟ ਤਿਆਰ ਕਰ ਦਿੱਤਾ। ਤਿਆਰ ਹੋ ਕੇ ਉਹ ਬਾਹਰ ਆਈ। ਸਰੀਰ ਪੂਰੀ ਤਰ੍ਹਾਂ ਦੁਖ ਰਿਹਾ ਸੀ। ਮਨ ਕਰ ਰਿਹਾ ਸੀ ਕਿ ਸਾਰਾ ਕੁਝ ਆਪਣੀ ਸੱਸ ਨੂੰ ਦੱਸ ਦਵੇ। ਦੱਸੇ ਵੀ ਕਿਵੇਂ? ਸ਼ਿਕਾਇਤ ਲਾ ਦਵੇ। ਸ਼ਰਾਬੀ ਘਰ ਵਾਲਾ ਜੋ ਪੱਲੇ ਪੈ ਗਿਆ ਸੀ, ਉਸਦੇ ਸੁਪਨਿਆਂ ਦਾ ਰਾਜਕੁਮਾਰ ਸ਼ਰਾਬੀ। ਪਰ ਜਦੋਂ ਹੀ ਸੱਸ ਸਾਹਮਣੇ ਆਈ, ਉਸਨੇ ਝੁਕ ਕੇ ਪੈਰੀ ਹੱਥ ਲਾਏ ਤਾਂ ਸੱਸ ਨੇ ਮੁਸਕਰਾਉਂਦੇ ਹੋਏ ਕਿਹਾ, ਉੱਠ ਗਈ ਪਿਆਰੀ ਧੀ, ਜਿਉਂਦੀ ਰਹਿ, ਜਵਾਨੀਆਂ ਮਾਨ, ਦੁੱਧੋ ਪੁੱਤੀ ਫਲੋਂ। ਹੋਰ ਪੁੱਤਰ, ਠੀਕ ਰਿਹਾ ਸਭ ਕੁਝ? ਮੈਨੂੰ ਪਤਾ ਹੈ ਕੁਝ ਵੀ ਠੀਕ ਨਹੀਂ ਹੋਣਾ। ਇਹ ਤਾਂ ਸ਼ਰਾਬ ਡੱਫੀ ਫਿਰਦਾ ਸੀ, ਯਾਰਾਂ ਦੋਸਤਾਂ ਨੇ ਪਿਆ ਦਿੱਤੀ ਸੀ। ਕੋਈ ਨਹੀਂ, ਸਭ ਕੁਝ ਜਲਦੀ ਠੀਕ ਹੋ ਜਾਣਾ ਹੈ। ਇੰਜ ਕਰ ਮੇਰਾ ਪੁੱਤਰ, ਰੋਟੀ ਪਾਣੀ ਖਾ ਲਓ, ਫਿਰ ਤੇਰੇ ਮਾਮਾ ਜੀ ਵੀ ਆਉਣ ਵਾਲੇ ਹੋਣੇ ਐ। ਬਾਅਦ ਵਿੱਚ ਸ਼ਾਮ ਨੂੰ ਅਸੀਂ ਵੀ ਲੈਣ ਆ ਜਾਣਾ ਹੈ। ਮੇਰੀ ਪਿਆਰੀ ਧੀ। ਪ੍ਰੀਤ ਮੰਜੇ ਤੇ ਬੈਠ ਕੇ ਖਾਣਾ ਖਾਣ ਲੱਗ ਗਈ। ਹਾਲੇ ਆਖਰੀ ਰੋਟੀ ਮੁੱਕੀ ਹੀ ਸੀ, ਬਾਹਰ ਗੱਡੀ ਤੇ ਹਾਰਨ ਦੀ ਆਵਾਜ਼ ਸੁਣਾਈ ਦੇਣ ਲੱਗ ਗਈ। ਮਾਮਾ ਜੀ ਆਪਣੇ ਪਰਿਵਾਰ ਸਮੇਤ ਪਹੁੰਚ ਚੁੱਕੇ ਸਨ। ਬਹੁਤ ਸਾਰੇ ਤੋਹਫੇ ਆਪਣੇ ਪਰਿਵਾਰ ਲਈ ਲੈ ਕੇ ਆਏ ਸਨ। ਪ੍ਰੀਤ ਵੀ ਸੋਚ ਰਹੀ ਸੀ ਕਿ ਕਿੰਨੇ ਪੁੱਠੇ ਰਿਵਾਜ ਹਨ। ਨਾਲੇ ਅਗਲਾ ਆਪਣੀ ਧੀ ਦਵੇ, ਨਾਲੇ ਪੰਡਾ ਭਰ ਭਰ ਦਾਜ। ਤੇ ਮਾਮੇ ਨੂੰ ਤਾਂ ਵਿਚਾਰੇ ਨੂੰ ਐਵੇਂ ਚੱਟੀ ਪੈ ਗਈ। ਫੇਰ ਵੀ ਵਿਚਾਰੀ ਨੇ ਆਪਣੀ ਹੈਸੀਅਤ ਤੋਂ ਵੱਧ ਕੀਤਾ। ਆਪਣੀ ਵੀ ਧੀ ਜਵਾਨ ਹੋ ਰਹੀ ਹੈ, ਪਰ ਮਾਮੀ ਨੇ ਪੋਰਾ ਵੀ ਪਰਵਾਹ ਨਾ ਕੀਤੀ। ਸੱਚਮੁੱਚ ਹੀ ਦੇਵੀ ਹੈ ਉਹ ਤਾਂ। ਚਾਹ ਪੀਣ ਤੋਂ ਬਾਅਦ ਗੱਡੀ ਮਾਮੇ ਦੇ ਘਰ ਰਵਾਨਾ ਹੋ ਗਈ। ਪ੍ਰੀਤ ਨੂੰ ਨੀਂਦ ਚੜ ਰਹੀ ਸੀ। ਦਿਲ ਕਰ ਰਿਹਾ ਸੀ ਸੋ ਜਾਵੇ, ਪਰ ਰਾਤ ਦੀ ਘਟਨਾ ਸੌਣ ਵੀ ਨਹੀਂ ਦੇ ਰਹੀ ਸੀ। ਸਿਰ ਭਾਰਾ ਭਾਰਾ ਹੋ ਰਿਹਾ ਸੀ। ਗੱਡੀ ਜਲਦੀ ਮਾਮੀ ਦੇ ਦਰਵਾਜ਼ੇ ਤੇ ਜਾ ਖੜੀ। ਸਾਰਿਆਂ ਨੂੰ ਪ੍ਰੀਤ ਨੂੰ ਮਿਲ ਕੇ ਚਾਹ ਚੜ ਗਿਆ। ਪ੍ਰੀਤ ਵੀ ਸਭ ਨੂੰ ਹੱਸ ਕੇ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ। ਗਲੀ ਦੀਆਂ ਔਰਤਾਂ ਦੇ ਮੂੰਹੋਂ ਸੁਣਿਆ ਸੀ, ਪ੍ਰੀਤ ਦੀ ਤਾਂ ਕਿਸਮਤ ਜਾਗ ਪਈ ਹੈ। ਵਿਚਾਰੀ ਬਗੈਰ ਮਾਪਿਆਂ ਦੀ ਧੀ ਨੂੰ ਮਾਮੇ ਨੇ ਕਿੰਨਾ ਵਧੀਆ ਵਿਆਹਿਆ ਹੈ ਤੇ ਪਰਿਵਾਰ ਵੀ ਚੰਗਾ ਮਿਲਿਆ ਹੈ। ਚੰਗੇ ਸਰਦਾਰਾਂ ਦਾ ਘਰ ਹੈ, ਚੰਗੀ ਜ਼ਮੀਨ ਜਾਇਦਾਦ, ਐਸ਼ ਕਰੂਗੀ ਪ੍ਰੀਤ। ਗੁਆਂਢੀ ਭਾਬੀ ਵੀ ਮਿਲਣ ਆਈ। ਉਹ ਵੀ ਸਭ ਜਾਣਨ ਲਈ ਕਾਹਲੀ ਸੀ। ਆਉਂਦਿਆਂ ਹੀ ਉਸਨੇ ਅੱਖ ਨਾਲ ਇਸ਼ਾਰਾ ਕਰਕੇ ਪੁੱਛਿਆ। ਉਹਦੇ ਮਨ ਵਿੱਚ ਵੀ ਡਰ ਸੀ ਕਿ ਪ੍ਰੀਤ ਵਰਗੀ ਸ਼ਰਮਾਕਲ ਕੁੜੀ ਨੇ ਕਿਤੇ ਪਹਿਲੀ ਰਾਤ ਹੀ ਆਪਣਾ ਘਰ ਵਾਲਾ ਨਾਰਾਜ਼ ਹੀ ਨਾ ਕਰ ਲਿਆ ਹੋਵੇ। ਪਰ ਪ੍ਰੀਤ ਨੇ ਤਾਂ ਹਾਂ ਵਿੱਚ ਇਸ਼ਾਰਾ ਕਰ ਦਿੱਤਾ। ਇਸ਼ਾਰੇ ਵਿੱਚ ਸਾਰੀ ਗੱਲ ਹੋ ਗਈ। ਭਾਬੀ ਨੇ ਮੁਸਕਰਾ ਕੇ ਹੱਥ ਜੋੜੇ ਕਿ ਪ੍ਰਮਾਤਮਾ ਦਾ ਧੰਨਵਾਦ ਕੀਤਾ। ਪਤਾ ਨਹੀਂ ਪ੍ਰੀਤ ਕਰਕੇ ਖੁਸ਼ ਹੋ ਰਹੀ ਸੀ ਜਾਂ ਆਪਣੀ ਕੋਈ ਗੱਲ ਯਾਦ ਕਰਕੇ ਸ਼ੁਕਰਾਨਾ ਕਰ ਰਹੀ ਸੀ। ਪ੍ਰੀਤ ਨੂੰ ਭਾਵੇਂ ਝੂਠਾ ਇਸ਼ਾਰਾ ਹੀ ਕੀਤਾ ਸੀ, ਪਰ ਉਹ ਨਹੀਂ ਸੀ ਚਾਹੁੰਦੀ ਕਿ ਉਹਦੇ ਮਾਮੇ ਨੂੰ ਕਿਸੇ ਗੱਲ ਦਾ ਪਤਾ ਲੱਗੇ ਤੇ ਵਿਚਾਰੇ ਦਾ ਦਿਲ ਟੁੱਟ ਜਾਵੇ। ਸੰਸਕਾਰ ਵੀ ਕੋਈ ਚੀਜ਼ ਹੁੰਦੇ ਆ, ਨਾਲੇ ਇੰਨੀ ਕਾਹਲੀ ਕਾਹਦੀ ਹੈ? ਸ਼ਾਇਦ ਉਹ ਸ਼ਰਾਬ ਨਾ ਪੀਂਦਾ ਹੋਵੇ, ਦੋਸਤਾਂ ਨੇ ਸਲਾਹ ਦਿੱਤੀ ਹੋਵੇ। ਇਹ ਸੋਚ ਕੇ ਉਹ ਦੜ ਵੱਟ ਗਈ। ਸ਼ਾਮ ਨੂੰ ਮਨਜੀਤ ਆਪਣੇ ਪਰਿਵਾਰ ਨਾਲ ਆ ਪਹੁੰਚਿਆ। ਉਹਦਾ ਚਿਹਰਾ ਵੀ ਬੁੱਝਿਆ ਹੋਇਆ ਸੀ। ਮਾਮੇ ਨੇ ਪੁੱਛਿਆ, ਕੀ ਗੱਲ ਹੋ ਗਈ ਪੁੱਤਰ? ਪਰ ਘੱਟ ਹੀ ਬੋਲਿਆ, ਬਸ ਵਿਆਹ ਕਰਕੇ ਥਕਾਵਟ ਹੈ ਮਾਮਾ ਜੀ। ਕੋਈ ਨਾ ਪੁੱਤਰਾ, ਲਾ ਦਈਏ ਥਕਾਵਟ, ਮਾਮਾ ਜੀ ਨੇ ਹੱਸ ਕੇ ਕਿਹਾ। ਵੇਖ ਲਓ, ਜਿਵੇਂ ਠੀਕ ਸਮਝੋ। ਉਹਨੇ ਇੱਕ ਵਾਰ ਵੀ ਮਨਾ ਨਹੀਂ ਕੀਤਾ। ਥੋੜੀ ਦੇਰ ਬਾਅਦ ਬੋਤਲ ਆ ਗਈ। ਸਾਰੇ ਆਓ ਭਗਤ ਵਿੱਚ ਲੱਗ ਗਏ। ਮਨਜੀਤ ਸੀ ਕਿ ਪੈਗ ਤੇ ਪੈਗ ਚੜ ਰਿਹਾ ਸੀ। ਪ੍ਰੀਤ ਦਾ ਦਿਲ ਘਬਰਾ ਰਿਹਾ ਸੀ। ਉਹ ਇੱਥੇ ਹੀ ਨਾ ਕੁਛ ਬੋਲਣ ਲੱਗ ਪਵੇ। ਸੱਸ ਬੜੀ ਮੁਸ਼ਕਲ ਨਾਲ ਉਹਨੂੰ ਉੱਥੋਂ ਲੈ ਕੇ ਤੁਰੀ। ਰਸਤੇ ਵਿੱਚ ਹੀ ਉਹਨੂੰ ਨੀਂਦ ਆ ਗਈ। ਜੇਕਰ ਡਰਾਈਵਰ ਨਾਲ ਨਾ ਹੁੰਦਾ ਤਾਂ ਗੱਡੀ ਵਾਪਸ ਲਿਆਉਣੀ ਵੀ ਮੁਸ਼ਕਿਲ ਸੀ। ਘਰ ਆਉਂਦਿਆਂ ਤੱਕ ਤਾਂ ਉਹ ਬੇਹੋਸ਼ ਹੋਇਆ ਪਿਆ ਸੀ। ਬੜੀ ਮੁਸ਼ਕਿਲ ਨਾਲ ਘਰ ਪਹੁੰਚੇ ਤੇ ਉਹਨੂੰ ਕਮਰੇ ਤੱਕ ਪਹੁੰਚਾਇਆ। ਮੰਜੇ ਤੇ ਪੈਂਦਿਆਂ ਹੀ ਉਹਦੇ ਘਰਾੜੇ ਚਾਲੂ ਹੋ ਗਏ। ਪ੍ਰੀਤ ਨੇ ਇਹ ਰਾਤ ਵੀ ਮੁਸ਼ਕਿਲ ਨਾਲ ਅੱਖਾਂ ਵਿੱਚ ਕੱਢੀ। ਸਵੇਰੇ ਉੱਠਦਿਆਂ ਹੀ ਪ੍ਰੀਤ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ। ਸਾਰਾ ਸਰੀਰ ਦੁਖ ਰਿਹਾ ਸੀ। ਬੁਖਾਰ ਵਾਂਗੂ ਮਹਿਸੂਸ ਹੋ ਰਿਹਾ ਸੀ। ਮਨ ਵਿੱਚ ਇੱਕ ਡਰ ਕੇ ਸ਼ਰਾਬੀ ਨਾਲ ਜ਼ਿੰਦਗੀ ਕਿਵੇਂ ਕੱਟੇਗੀ। ਉਹਦਾ ਮਨਜੀਤ ਤਾਂ ਉੱਠ ਕੇ ਬਾਹਰ ਚਲਾ ਗਿਆ ਹੈ। ਰਾਤ ਦਾ ਸ਼ਰਾਬ ਨਾਲ ਭੰਨਿਆ ਸਵੇਰੇ ਬਾਹਰ ਤੁਰ ਗਿਆ। ਹਾਲੇ ਤੱਕ ਪ੍ਰੀਤ ਨੂੰ ਬੁਲਾਇਆ ਤੱਕ ਵੀ ਨਹੀਂ ਸੀ। ਬੜੀ ਮੁਸ਼ਕਿਲ ਨਾਲ ਉੱਠ ਕੇ ਤਿਆਰ ਹੋਣ ਲੱਗੀ। ਸਹੁਰਾ ਘਰ ਹੈ, ਕਿੰਨੀ ਦੇਰ ਤੱਕ ਪਈ ਰਹਿੰਦੀ। ਭਾਵੇਂ ਉਹਦਾ ਜਮਾਂ ਵੀ ਮਨ ਨਹੀਂ ਸੀ ਕਰ ਰਿਹਾ। ਉੱਠ ਕੇ ਬਾਹਰ ਆਈ ਤਾਂ ਰਿਸ਼ਤੇਦਾਰ ਤਾਂ ਲਗਭਗ ਜਾਣ ਲਈ ਤਿਆਰ ਖੜੇ ਸਨ।
थोड़ी देर बाद एक एक करके सारे चले गए। घर विच केवल प्रीत रह गई ते एक ओहदी सस भी रसोई विच कुछ कर रही सी। प्रीत भी उत्थे जा पहुंची। ना मेरी धी, इंज नहीं होना रसोई विच, हाले नहीं तेनू कुछ दिन चौंके चढ़ाउणा, तू आराम कर, हाले तां मैं काम कर सकदी ऐ, तू सारी उम्र काम ही करना है, सस ने प्यार दिंदे कहा। किवें करा आराम, प्रीत दे मूंहों निकल गया। की होया धीए? सस दे मत्थे ते चिंता दियां लकीरां सन। ਉਹ ਤਾਂ ਮੇਰੇ ਵੱਲ ਵੇਖਦਾ ਵੀ ਨਹੀਂ, ਮੇਰੇ ਤਾਂ ਪੱਲੇ ਸ਼ਰਾਬੀ ਪੈ ਗਿਆ, ਮੇਰੇ ਨਾਲ ਇੱਕ ਵਾਰ ਗੱਲ ਵੀ ਨਹੀਂ ਕੀਤੀ। ਪ੍ਰੀਤ ਸੱਸ ਦੇ ਗੱਲ ਲੱਗ ਕੇ ਰੋਣ ਲੱਗ ਪਈ। ਹੌਸਲਾ ਰੱਖ ਧੀਏ, ਤੂੰ ਮੇਰੇ ਘਰ ਰੋਣ ਥੋੜੀ ਆਈ ਹੈ, ਜਲਦੀ ਠੀਕ ਹੋ ਜਾਏਗਾ ਸਭ ਕੁਝ। ਮੈਨੂੰ ਪਤਾ ਸੀ ਇਹਨੇ ਕੁਝ ਦਿਨ ਇੰਜ ਹੀ ਕਰਨਾ ਹੈ, ਫਿਰ ਹੌਲੀ ਹੌਲੀ ਆਪੇ ਠੀਕ ਹੋ ਜਾਵੇਗਾ। ਇੰਜ ਹੀ ਕਰਨਾ ਹੈ? ਸਮਝ ਨਹੀਂ ਲੱਗੀ। ਪ੍ਰੀਤ ਦੇ ਮੂੰਹੋਂ ਨਿਕਲਿਆ, ਕੁਝ ਨਹੀਂ ਧੀਏ, ਮੁੰਡੇ ਇੰਜ ਕਰਦੇ ਹੀ ਹੁੰਦੇ ਨੇ। ਸੱਸ ਦਾ ਰੰਗ ਉੱਡ ਗਿਆ। ਪਰ ਇਹ ਤਾਂ ਕਹਿੰਦੇ ਉਹ ਮੈਨੂੰ ਪਿਆਰ ਹੀ ਨਹੀਂ ਕਰਦੇ, ਮੇਰਾ ਵਿਆਹ ਧੱਕੇ ਨਾਲ ਹੋਇਆ ਹੈ। ਪ੍ਰੀਤ ਨੇ ਚਿੰਤਾ ਕੀਤੀ। ਤੁਸੀਂ ਮੇਰੇ ਕੋਲੋਂ ਕੁਝ ਲੁਕੋ ਤਾਂ ਨਹੀਂ ਰਹੇ? ਲੁਕਾਉਣਾ ਕੀ ਹੈ ਧੀਏ? ਦਰਅਸਲ ਜਦੋਂ ਕਾਲਜ ਪੜ੍ਹਦਾ ਸੀ ਕਿਸੇ ਕੁੜੀ ਨਾਲ ਚੱਕਰ ਪਾਈ ਫਿਰਦਾ ਸੀ, ਪਤਾ ਨਹੀਂ ਕਿੰਨਾ ਦੀ ਕੁੜੀ ਸੀ। ਮੈਂ ਤਾਂ ਫੇਰ ਵੀ ਤਿਆਰ ਹੋ ਗਈ ਸੀ ਇਸ ਦਾ ਵਿਆਹ ਉਹਦੇ ਨਾਲ ਕਰਨ ਨੂੰ, ਪਰ ਉਹ ਹੀ ਛੱਡ ਗਈ ਇਹਨੂੰ। ਸੁਣਿਆ ਉਹਦਾ ਵਿਆਹ ਹੋ ਗਿਆ ਬਾਹਰਲੇ ਮੁਲਕ। ਇਹ ਤਾਂ ਢੇਰੀ ਢਾ ਕੇ ਬੈਠ ਗਿਆ, ਐਵੇਂ ਪਾਗਲਾ ਵਾਂਗੂ ਫਿਰਦਾ ਰਹਿੰਦਾ ਹੈ। ਮੈਂ ਬਹੁਤ ਸਮਝਾਇਆ, ਇਹਦੇ ਪਾਪੇ ਨੇ ਵੀ ਕਿਹਾ, ਪਰ ਇੰਜ ਹੀ ਕਰਦਾ ਰਿਹਾ। ਫਿਰ ਕਿਸੇ ਨੇ ਸਲਾਹ ਦਿੱਤੀ ਕਿ ਇਹਦਾ ਵਿਆਹ ਕਰ ਦਿਓ, ਆਪੇ ਠੀਕ ਹੋ ਜਾਊਗਾ। ਇਹਨੇ ਪਹਿਲਾਂ ਤਾਂ ਪੈਰ ਨਹੀਂ ਲਾਏ, ਫਿਰ ਮੈਂ ਬਾਹਲਾ ਦਬਾਅ ਪਾਇਆ ਤੇ ਆਖਰ ਇਹ ਮੰਨ ਹੀ ਗਿਆ। ਜੇ ਇਹ ਮੰਨ ਗਿਆ ਤਾਂ ਵਿਆਹ ਕੀਤਾ ਹੈ, ਕੁਝ ਦਿਨ ਏਦਾਂ ਹੀ ਕਰੇਗਾ, ਫਿਰ ਠੀਕ ਹੋ ਜੂ, ਤੂੰ ਚਿੰਤਾ ਨਾ ਕਰ, ਸੱਸ ਨੇ ਸਫਾਈ ਦਿੰਦਿਆਂ ਕਿਹਾ। ਪ੍ਰੀਤ ਦੇ ਸਿਰ ਤੇ ਜਿਵੇਂ 7 ਘੜੇ ਪਾਣੀ ਪੈ ਗਿਆ, ਹੰਝੂਆਂ ਦੀ ਧਾਰ ਵਗਣ ਲੱਗ ਪਈ। ਤਾਂ ਫਿਰ ਤੁਸੀਂ ਮੇਰੇ ਨਾਲ ਵਿਆਹ ਕਰ ਦਿੱਤਾ, ਇਹਦੇ ਵਿੱਚ ਮੇਰਾ ਕੀ ਕਸੂਰ ਸੀ? ਜੇਕਰ ਉਹ ਮੈਨੂੰ ਪਿਆਰ ਹੀ ਨਹੀਂ ਕਰਦਾ ਤਾਂ ਮੈਂ ਜ਼ਿੰਦਗੀ ਕਿਸ ਆਸਰੇ ਕੱਟਾਂ? ਨਾਲੇ ਜੇ ਕੋਈ ਠੀਕ ਨਹੀਂ ਉਹਦਾ ਇਲਾਜ ਕਰਵਾਈਦਾ ਹੈ, ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕਰੀਦੀ। ਕੁਝ ਨਹੀਂ ਬਰਬਾਦ ਹੁੰਦਾ ਧੀਏ, ਘਬਰਾ ਨਾ। ਮੰਨਿਆ ਮੈਂ ਤੇਰੀ ਗੁਨਾਹਗਾਰ ਹਾਂ, ਆਪਾਂ ਰਲ ਕੇ ਇਹਨੂੰ ਠੀਕ ਕਰਾਂਗੇ। ਮੇਰਾ ਇਕਲੌਤਾ ਪੁੱਤਰ ਹੈ, ਹੌਸਲਾ ਰੱਖ ਧੀਏ। ਪ੍ਰੀਤ ਦੇ ਨਾਲ ਉਹਦੀ ਸੱਸ ਦੇ ਹੰਝੂ ਮੀਂਹ ਚੋਣ ਲੱਗ ਪਏ। ਦੋਹਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਸੱਸ ਦਾ ਪਿਆਰ ਤਾਂ ਪ੍ਰੀਤ ਨਾਲ ਦਿਨੋਂ ਦਿਨ ਵੱਧ ਰਿਹਾ ਸੀ, ਪਰ ਮਨਜੀਤ ਨਾਲ ਤਾਂ ਇੱਕ ਵਾਰ ਗੱਲ ਵੀ ਨਹੀਂ ਸੀ ਹੋਈ। ਹੁੰਦੀ ਕਿਵੇਂ? ਉਹ ਤਾਂ ਉਸ ਨਾਲ ਬੋਲਦਾ ਹੀ ਨਹੀਂ ਸੀ। ਸਾਰਾ ਦਿਨ ਘਰੋਂ ਬਾਹਰ ਰਹਿੰਦਾ, ਸ਼ਾਮ ਨੂੰ ਡੱਕਿਆ ਆਉਂਦਾ ਅਤੇ ਦੂਜੇ ਪਾਸੇ ਮੂੰਹ ਕਰਕੇ ਸੋ ਜਾਂਦਾ। ਮਾਂ ਵੀ ਕਈ ਵਾਰ ਉਹਨੂੰ ਸਮਝਾ ਚੁੱਕੀ ਸੀ। ਪ੍ਰੀਤ ਦੀ ਤਾਂ ਕੋਈ ਪੇਸ਼ੀ ਨਹੀਂ ਜਾ ਰਹੀ ਸੀ। ਅੱਜ ਪੂਰੇ 10 ਦਿਨ ਲੰਘ ਚੁੱਕੇ ਸਨ। ਅੱਜ ਫਿਰ ਘਰ ਆਇਆ। ਪ੍ਰੀਤ ਦੀ ਸੱਸ ਨੂੰ ਅਚਾਨਕ ਗਵਾਂਢੀਆਂ ਘਰ ਜਾਣਾ ਪਿਆ। ਮਨਜੀਤ ਇੱਧਰ ਉੱਧਰ ਮਾਂ ਨੂੰ ਵੇਖਣ ਲੱਗਾ, ਪਰ ਮਾਂ ਨਾ ਦਿਸੀ। ਇੱਧਰ ਉੱਧਰ ਗੇੜੇ ਮਾਰਦਾ ਰਿਹਾ, ਪਰ ਮਾਂ ਨਜ਼ਰ ਨਹੀਂ ਸੀ ਆ ਰਹੀ। ਪ੍ਰੀਤ ਚੁੱਪਚਾਪ ਸਾਰਾ ਕੁਝ ਵੇਖ ਰਹੀ ਸੀ। ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮਾਂ ਨਾ ਲੱਭੀ ਤਾਂ ਮਨਜੀਤ ਦੇ ਮੂੰਹੋਂ ਨਿਕਲਿਆ, ਮਾਂ ਕਿੱਥੇ ਹੈ? ਪ੍ਰੀਤ ਚੁੱਪ ਰਹੀ। ਫੇਰ ਪ੍ਰੀਤ ਵੱਲ ਮੂੰਹ ਕਰਕੇ ਕਿਹਾ, ਤੈਨੂੰ ਸੁਣਿਆ ਨਹੀਂ? ਮਾਂ ਕਿੱਥੇ ਹੈ? ਪ੍ਰੀਤ ਨੇ ਦੱਸ ਦਿੱਤਾ, ਗੁਆਂਢੀਆਂ ਘਰ ਗਈ ਹੈ। ਪਰ ਅੰਦਰੋਂ ਤਸੱਲੀ ਸੀ ਕਿ ਭਾਵੇਂ ਗੁੱਸੇ ਨਾਲ ਹੀ ਸਹੀ, ਉਸਨੇ ਬੁਲਾਇਆ ਤਾਂ ਸਹੀ। ਅੱਜ ਉਸਨੂੰ ਆਪਣੇ ਇਸ ਘਰ ਵਿੱਚ ਆਉਣ ਦਾ ਅਹਿਸਾਸ ਹੋ ਗਿਆ ਸੀ। ਉਸਨੂੰ ਲੱਗਿਆ ਕਿ ਅੱਜ ਫਿਰ ਉਹ ਜਿਉਂਦਿਆਂ ਵਿੱਚ ਹੋ ਗਈ ਹੈ। ਕੁਝ ਚਾਹੀਦਾ ਹੈ? ਉਸਨੇ ਮਨਜੀਤ ਤੋਂ ਪੁੱਛਿਆ। ਨਹੀਂ, ਬਸ ਥੋੜੀ ਭੁੱਖ ਲੱਗੀ ਸੀ, ਤੂੰ ਚਿੰਤਾ ਨਾ ਕਰ, ਮਾਂ ਨੂੰ ਆ ਲੈਣ ਦੇ। ਮਨਜੀਤ ਅੱਕ ਕੇ ਬੋਲਿਆ, ਕੋਈ ਨਹੀਂ, ਮੈਂ ਪਕਾ ਦਿੰਨੀ ਹਾਂ ਰੋਟੀ, ਕਹਿ ਕੇ ਉਹ ਰਸੋਈ ਵੱਲ ਤੁਰ ਪਈ। ਉਸਨੇ ਹੌਸਲਾ ਹੋ ਗਿਆ ਸੀ ਕਿ ਹੁਣ ਗੱਡੀ ਪਟੜੀ ਤੇ ਆ ਜਾਵੇਗੀ। ਜਲਦੀ ਹੀ ਰੋਟੀ ਪਕਾ ਕੇ ਲੈ ਗਈ। ਰੋਟੀ ਖਾਂਦੇ ਦੇ ਕੋਲ ਬੈਠੀ ਰਹੀ। ਮਨਜੀਤ ਦਾ ਉਸ ਵੱਲ ਧਿਆਨ ਹੀ ਨਹੀਂ ਸੀ। ਜਦੋਂ ਖਾਣਾ ਖਤਮ ਹੋਇਆ ਤਾਂ ਭਾਂਡੇ ਚੁੱਕਦੀ ਬੋਲੀ, ਕੁਝ ਹੋਰ ਚਾਹੀਦਾ ਹੈ? ਨਹੀਂ, ਮਨਜੀਤ ਨੇ ਕਿਹਾ। ਇੱਕ ਗੱਲ ਪੁੱਛਾਂ? ਜੇਕਰ ਗੁੱਸਾ ਨਾ ਮੰਨੋ ਤਾਂ ਪ੍ਰੀਤ ਨੇ ਰੁਕਦੇ ਰੁਕਦੇ ਕਿਹਾ। ਉਸਨੇ ਕੋਈ ਜਵਾਬ ਨਾ ਦਿੱਤਾ, ਪਰ ਪ੍ਰੀਤ ਆਪ ਹੀ ਬੋਲ ਪਈ, ਤੁਸੀਂ ਮੇਰੇ ਨਾਲ ਨਹੀਂ ਬੋਲਣਾ ਤਾਂ ਨਾ ਬੋਲੋ, ਪਰ ਇੱਕ ਗੱਲ ਤਾਂ ਦੱਸ ਦਿਓ, ਮੇਰਾ ਕਸੂਰ ਕੀ ਹੈ? ਮੈਂ ਤੇਰੇ ਨਾਲ ਪਿਆਰ ਨਹੀਂ ਕਰਦਾ, ਉਹ ਤਾਂ ਮੈਂ ਜੀਤੀ ਨੂੰ ਕਰਦਾ ਹਾਂ ਤੇ ਉਹ ਵੀ ਮੈਨੂੰ ਛੱਡ ਕੇ ਚਲੀ ਗਈ। ਉਸ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ। ਮੇਰੇ ਨਾਲ ਧੱਕਾ ਹੋਇਆ ਹੈ, ਮੈਂ ਕੀ ਕਰਾਂ? ਮਨਜੀਤ ਨੇ ਸ਼ਰਾਬੀ ਹਾਲਤ ਵਿੱਚ
ਸਾਰੀ ਕਹਾਣੀ ਸੁਣਾ ਦਿੱਤੀ। ਜਿਸ ਨੂੰ ਪਿਆਰ ਕਰੀਏ ਤੇ ਉਹ ਦੂਰ ਚਲਾ ਜਾਵੇ ਤਾਂ ਇਹ ਹਾਲਤ ਬਣ ਜਾਂਦੀ ਹੈ, ਪਰ ਜੇਕਰ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਉਹ ਤੁਹਾਡੇ ਨਾਲ ਸਾਹਮਣੇ ਰਹਿ ਕੇ ਨਾ ਬੋਲੇ ਤਾਂ ਤੁਹਾਡੇ ਤੇ ਕੀ ਬੀਤਦੀ ਹੈ, ਇਹ ਸੋਚਿਆ ਹੈ ਕਦੇ? ਪ੍ਰੀਤ ਨੇ ਕਿਹਾ। ਕੀ ਮਤਲਬ? ਮਤਲਬ ਤਾਂ ਸਾਫ਼ ਹੈ, ਮੈਂ ਕਰਦੀ ਹਾਂ ਤੁਹਾਨੂੰ ਪਿਆਰ। ਸੋਚੋ ਮੇਰੇ ਦਿਲ ਤੇ ਕੀ ਬੀਤਦੀ ਹੋਵੇਗੀ। ਪਰ ਮੈਂ ਕੀ ਕਰਾਂ, ਹਾਲੇ ਤੈਨੂੰ ਨਹੀਂ ਅਪਣਾ ਸਕਦਾ। ਜੀਤੀ ਦੀ ਯਾਦ ਮੇਰੇ ਦਿਲੋਂ ਭੁਲਾਈ ਨਹੀਂ ਜਾ ਰਹੀ। ਚੱਲ ਕੋਈ ਨਾ, ਤੁਸੀਂ ਆਪਣਾ ਸਮਾਂ ਲਓ, ਪਰ ਮੇਰੇ ਵੱਲ ਦੇਖੋ। ਮੈਂ ਵਾਪਸ ਵੀ ਨਹੀਂ ਜਾ ਸਕਦੀ ਤੇ ਇੱਥੇ ਰਹਿਣਾ ਨਰਕ ਹੋਇਆ ਪਿਆ। ਆਪਣੇ ਵਿੱਚ ਕੋਈ ਰਿਸ਼ਤਾ ਤਾਂ ਰੱਖ ਲਓ, ਭਾਵੇਂ ਦੋਸਤੀ ਦਾ ਹੀ ਸਹੀ। ਭਾਵੇਂ ਮੈਨੂੰ ਆਪਣੀ ਪਤਨੀ ਨਾ ਮੰਨੋ, ਦੋਸਤ ਮੰਨ ਹੀ ਸਕਦੇ ਹੋ। ਮਨਜੀਤ ਕੁਝ ਨਾ ਬੋਲਿਆ, ਉਸ ਵੱਲ ਵੇਖਦਾ ਰਿਹਾ। ਤੇ ਜੇਕਰ ਆਪਣੇ ਦੋਸਤ ਦੇ ਕਹੇ ਤੇ ਸ਼ਰਾਬ ਛੱਡ ਦਵੋ ਤਾਂ? ਮਨਜੀਤ ਨੇ ਉਸ ਵੱਲ ਸਿਰ ਚੁੱਕ ਕੇ ਵੇਖਿਆ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ। ਪ੍ਰੀਤ ਜਿਵੇਂ ਸਵਰਗ ਵਿੱਚ ਪਹੁੰਚ ਗਈ ਸੀ। ਅੱਜ ਸਭ ਕੁਝ ਠੀਕ ਹੁੰਦਾ ਨਜ਼ਰ ਆ ਰਿਹਾ ਸੀ। ਉਸਨੇ ਅਪਣਾਇਆ ਤਾਂ ਸਹੀ, ਭਾਵੇਂ ਦੋਸਤ ਬਣ ਕੇ ਹੀ ਸਹੀ। ਪ੍ਰੀਤ ਹੁਣ ਖੁਸ਼ ਸੀ। ਉਸਨੂੰ ਭਾਵੇਂ ਪਤਨੀ ਦਾ ਦਰਜਾ ਤਾਂ ਨਹੀਂ ਸੀ ਮਿਲਿਆ, ਪਰ ਦੋਸਤ ਬਣ ਕੇ ਸਹੀ ਉਹ ਇਸ ਘਰ ਵਿੱਚ ਰਹਿਣ ਜੋਗੀ ਤਾਂ ਹੋ ਗਈ ਸੀ। ਨਹੀਂ ਤਾਂ ਮਾਮੇ ਦਾ ਘਰ ਛੱਡਣ ਤੋਂ ਬਾਅਦ ਆਪਣਾ ਘਰ ਵੀ ਆਪਣਾ ਨਹੀਂ ਸੀ ਲੱਗ ਰਿਹਾ। ਹੁਣ ਮਨਜੀਤ ਉਸ ਨੂੰ ਬੁਲਾ ਤਾਂ ਲੈਂਦਾ ਹੈ, ਭਾਵੇਂ ਅੱਖਾਂ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਦਾ, ਪਰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਪ੍ਰੀਤ ਕਹਿ ਕੇ ਆਵਾਜ਼ ਤਾਂ ਮਾਰ ਲੈਂਦਾ ਹੈ। ਭਾਵੇਂ ਉਹਨੂੰ ਪਿਆਰ ਤਾਂ ਨਹੀਂ ਮਿਲ ਸਕਿਆ, ਪਰ ਤਸੱਲੀ ਤਾਂ ਹੈ ਕਿ ਉਹ ਹੌਲੀ ਹੌਲੀ ਉਸ ਨੂੰ ਪਾ ਲਵੇਗੀ। ਹੁਣ ਉਹ ਸ਼ਰਾਬ ਪੀਣੀ ਵੀ ਤਾਂ ਬੰਦ ਕਰ ਗਿਆ ਹੈ। ਸੱਸ ਦਾ ਪਿਆਰ ਤਾਂ ਮਿਲ ਰਿਹਾ ਹੈ, ਜੋ ਉਸ ਨੂੰ ਮਾਂ ਤੋਂ ਤਾਂ ਜ਼ਿਆਦਾ ਨਹੀਂ ਮਿਲਿਆ। ਮਾਮੀ ਤੋਂ ਬਾਅਦ ਸੱਸ ਤੋਂ ਮਿਲਣ ਲੱਗ ਪਿਆ। ਹੁਣ ਮਨਜੀਤ ਬਾਜ਼ਾਰੋਂ ਉਹਦੇ ਲਈ ਕੁਝ ਖਰੀਦ ਵੀ ਲਿਆਉਂਦਾ ਹੈ, ਉਹਦੇ ਨਾਲ ਸਕੀਰੀ ਵਿੱਚ ਵੀ ਚਲਾ ਜਾਂਦਾ ਹੈ, ਪਰ ਕਮਰੇ ਵਿੱਚ ਵੜਦਿਆਂ ਹੀ ਘਬਰਾ ਜਿਹਾ ਜਾਂਦਾ ਹੈ। ਕਈ ਵਾਰ ਤਾਂ ਪ੍ਰੀਤ ਨੂੰ ਇੰਜ ਵੀ ਲੱਗਿਆ ਹੈ ਕਿ ਸ਼ਾਇਦ ਉਹ ਆਪਣੀ ਇਸ ਗਲਤੀ ਕਰਕੇ ਹੀ ਸ਼ਰਮਿੰਦਾ ਹੈ। ਉਹ ਉਸ ਦੇ ਨੇੜੇ ਆਉਣਾ ਚਾਹੁੰਦਾ ਹੈ, ਪਰ ਇਹ ਸੰਗ ਜਿਹੀ ਉਸ ਨੂੰ ਘੇਰ ਲੈਂਦੀ ਹੈ। ਘੇਰੇ ਵੀ ਕਿਉਂ ਨਾ, ਆਪਣੀ ਪਤਨੀ ਦੇਵੀ ਵਰਗੀ ਪਤਨੀ ਨੂੰ ਪਤਨੀ ਵਾਲਾ ਪਿਆਰ ਹੀ ਨਹੀਂ ਸੀ ਦੇ ਸਕਿਆ ਤੇ ਪ੍ਰੀਤ ਇੰਨੇ ਵਿੱਚ ਹੀ ਸਬਰ ਕਰ ਗਈ। ਵੈਸੇ ਵੀ ਔਰਤ ਵਿੱਚ ਆਦਮੀ ਤੋਂ ਜ਼ਿਆਦਾ ਹੀ ਸਬਰ ਹੁੰਦਾ ਹੈ। ਮਨਜੀਤ ਨੇ ਤਾਂ ਕਦੇ ਹੁਣ ਤੱਕ ਪ੍ਰੀਤ ਨੂੰ ਹੱਥ ਵੀ ਨਹੀਂ ਸੀ ਲਾਇਆ। ਇੱਕ ਵਾਰ ਰੋਟੀ ਫੜਾਉਣ ਲੱਗੇ ਉਹਨਾਂ ਦੀਆਂ ਉਂਗਲਾਂ ਆਪਸ ਵਿੱਚ ਛੋ ਗਈਆਂ ਸਨ। ਮਨਜੀਤ ਨੇ ਇੱਕਦਮ ਹੱਥ ਪਿੱਛੇ ਕਰ ਲਿਆ ਸੀ। ਪ੍ਰੀਤ ਹੱਥੋਂ ਰੋਟੀ ਵੀ ਹੇਠਾਂ ਡਿੱਗ ਪਈ ਸੀ। ਔਰਤ ਤਾਂ ਇੰਜ ਕਰਦੀਆਂ ਅਕਸਰ ਸੁਣੀਆਂ ਸਨ, ਪਰ ਇੱਕ ਆਦਮੀ? ਪਰ ਪ੍ਰੀਤ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੈ। ਇੰਨਾ ਸਬਰ ਤਾਂ ਅੱਜਕੱਲ ਦੀਆਂ ਕੁੜੀਆਂ ਵਿੱਚ ਕਿੱਥੇ ਹੁੰਦਾ ਹੈ। ਪਰ ਉਹ ਹਮੇਸ਼ਾ ਖੁਸ਼ ਰਹਿਣ ਦਾ ਯਤਨ ਕਰਦੀ ਤੇ ਮਨਜੀਤ ਉੱਤੇ ਵੀ ਜ਼ਿਆਦਾ ਦਬਾਅ ਨਾ ਪਾਉਂਦੀ। ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਮਨਜੀਤ ਵੀ ਉਸ ਨੂੰ ਪਿਆਰ ਕਰਨ ਲੱਗ ਪਿਆ ਹੈ। ਅੱਖਾਂ ਸਭ ਕੁਝ ਕਹਿ ਦਿੰਦੀਆਂ ਹਨ, ਪਰ ਮਨਜੀਤ ਨੇ ਮੂੰਹੋਂ ਬੋਲ ਕੇ ਕਦੇ ਨਹੀਂ ਸੀ ਕਿਹਾ। ਅੱਜ ਮਨਜੀਤ ਜਦੋਂ ਖੇਤੋਂ ਵਾਪਸ ਆਇਆ ਤਾਂ ਕੁਝ ਥੱਕਿਆ ਹੋਇਆ ਸੀ। ਉਸਨੇ ਆਉਂਦਿਆਂ ਹੀ ਮਾਂ ਨੂੰ ਆਵਾਜ਼ ਮਾਰੀ। ਮਾਂ ਘਰ ਵਿੱਚ ਨਹੀਂ ਸੀ ਤਾਂ ਪ੍ਰੀਤ ਉਸ ਦੇ ਕੋਲ ਭੱਜੀ ਆਈ। ਉਸ ਦਾ ਮੱਥਾ ਪੂਰੀ ਤਰ੍ਹਾਂ ਗਰਮ ਸੀ। ਪ੍ਰੀਤ ਇੱਕਦਮ ਘਬਰਾ ਗਈ। ਘਰ ਵਿੱਚ ਕੋਈ ਵੀ ਨਹੀਂ ਸੀ। ਉਸਨੇ ਹੌਸਲੇ ਤੋਂ ਕੰਮ ਲੈਂਦਿਆਂ ਕਾਰ ਤੇ ਮਨਜੀਤ ਨੂੰ ਬਿਠਾਇਆ ਅਤੇ ਹਸਪਤਾਲ ਪਹੁੰਚ ਗਈ। ਮਾਮੇ ਘਰ ਸਿੱਖੀ ਕਾਰ ਅੱਜ ਪਹਿਲੀ ਵਾਰ ਉਸ ਦੇ ਕੰਮ ਆ ਰਹੀ ਸੀ। ਮਾਮੇ ਦੇ ਘਰ ਵੀ ਫੋਨ ਕਰ ਦਿੱਤਾ ਸੀ ਤੇ ਸੱਸ ਦੇ ਮਗਰ ਵੀ ਮੁੰਡਾ ਭੇਜ ਦਿੱਤਾ ਸੀ। ਡਾਕਟਰ ਨੇ ਹਾਲਤ ਦੇਖਦਿਆਂ ਹੀ ਦਾਖਲ ਕਰ ਲਿਆ ਸੀ। ਟੈਸਟ ਆਦਿ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਵੈਸੇ ਘਬਰਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈ, ਪਰ ਇੱਕਦਮ ਸ਼ਰਾਬ ਛੱਡਣ ਕਰਕੇ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ। ਕੁਝ ਕੁ ਦਿਨ ਹਸਪਤਾਲ ਵਿੱਚ ਹੀ ਰਹਿਣਾ ਪਵੇਗਾ। ਪ੍ਰੀਤ ਨੇ ਮਨਜੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਮਾਮਾ ਜੀ ਅਤੇ ਸਹੁਰਾ ਵੀ ਪਹੁੰਚ ਗਏ। ਪ੍ਰੀਤ ਨੇ ਬੜੇ ਹੌਸਲੇ ਨਾਲ ਕੰਮ ਲਿਆ। ਲਗਾਤਾਰ ਮਨਜੀਤ ਦੀ ਸੇਵਾ ਕਰਦੀ ਰਹੀ। 4 ਦਿਨ ਉਹ ਹਸਪਤਾਲ ਵਿੱਚ ਰਿਹਾ। ਪ੍ਰੀਤ 1 ਮਿੰਟ ਵੀ ਨਹੀਂ ਸੁੱਤੀ। ਖਾਣਾ ਖਵਾਉਣਾ, ਦਵਾਈ ਦੇਣ 1 ਮਿੰਟ ਵੀ ਲੇਟ ਨਾ ਹੁੰਦੀ। ਉਸ ਦੀ ਸਖਤ ਮਿਹਨਤ ਅਤੇ ਪਿਆਰ ਕਰਕੇ ਮਨਜੀਤ ਜਲਦੀ ਠੀਕ ਹੋ ਗਿਆ। ਅੱਜ ਮਨਜੀਤ ਨੂੰ ਛੁੱਟੀ ਮਿਲਣ ਵਾਲੀ ਸੀ। ਪ੍ਰੀਤ ਖੁਸ਼ ਸੀ ਕਿ ਉਸ ਦਾ ਮਨਜੀਤ ਠੀਕ ਹੋ ਗਿਆ ਹੈ। ਉਹ ਘਰ ਜਾਣ ਲਈ ਸਮਾਨ ਵਗੈਰਾ ਸਮੇਟ ਰਹੀ ਸੀ ਤੇ ਸਹੁਰਾ ਬਿੱਲ ਦੇਣ ਗਿਆ ਸੀ ਤਾਂ ਮਨਜੀਤ ਨੇ ਪ੍ਰੀਤ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ਪ੍ਰੀਤ ਤੂੰ ਘਰ ਚਲੀ ਜਾ। ਕਿਉਂ ਮਨਜੀਤ ਜੀ, ਹਾਲੇ ਤਾਂ ਘੰਟੇ ਨੂੰ ਛੁੱਟੀ ਮਿਲਣੀ ਹੈ, ਆਪਾਂ ਇਕੱਠੇ ਹੀ ਚੱਲਾਂਗੇ। ਹਾਂ, ਨਹੀਂ ਤੂੰ ਪਹਿਲਾਂ ਜਾ। ਪਹਿਲਾਂ ਕਿਉਂ?
ਮੈਂ ਤੇਰੇ ਨਾਲ ਬਹੁਤ ਧੱਕਾ ਕੀਤਾ ਹੈ, ਮੈਨੂੰ ਮਾਫ ਕਰ ਦੇ। ਇਹ ਕੀ ਕਹਿ ਰਹੇ ਹੋ? ਤੁਸੀਂ ਮੇਰੇ ਪਤੀ ਹੋ, ਮੇਰੇ ਸਭ ਕੁਝ ਹੋ। ਹਾਂ, ਐਸੇ ਕਰਕੇ ਹੀ ਅਸੀਂ ਬਾਅਦ ਵਿੱਚ ਆਉਣੇ ਹਾਂ। ਤੁਸੀਂ ਇੰਜ ਕਰੋ, ਮੇਰੇ ਘਰ ਆਉਣ ਤੋਂ ਪਹਿਲਾਂ ਆਪਣੇ ਕਮਰੇ ਨੂੰ ਫਿਰ ਸਜਾ ਦਿਓ ਤੇ ਉਹੀ ਕੱਪੜੇ ਪਾਉਣੇ ਐ ਜਿਹੜੇ ਵਿਆਹ ਵਾਲੇ ਦਿਨ ਪਾਏ ਸੀ। ਮੈਂ ਤੈਨੂੰ ਆਪਣੀ ਸੁਹਾਗਣ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹਾਂ ਤੇ ਮੇਰੇ ਆਉਣ ਤੇ ਕੁੰਡ ਕੱਢ ਕੇ ਬੈਠੀ ਹੋਵੇਂ। ਮੈਂ ਅੱਜ ਅਸਲ ਵਿੱਚ ਤੇਰਾ ਕੁੰਡ ਚੁੱਕਾਂਗਾ ਤੇ ਅੱਜ ਹੋਵੇਗੀ ਆਪਣੀ ਸੁਹਾਗ ਰਾਤ, ਅਸਲ ਸੁਹਾਗ ਰਾਤ। ਪ੍ਰੀਤ ਖੁਸ਼ੀ ਖੁਸ਼ੀ ਘਰ ਨੂੰ ਤੁਰ ਪਈ। ਧੰਨਵਾਦ।